ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਇੱਕ ਨਾ ਸੰਤ ਬਿਹਾਲ ਦਾਸ ਜੀ ਜਿਹੜੇ ਜੱਸੀ ਪਾਉਣ ਵਾਲੇ ਸੀਗੇ, ਉਹ ਅਕਸਰ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਉਂਦੇ ਸੀਗੇ। ਇੱਕ ਵਾਰ ਜਦ ਦਰਸ਼ਨ ਕਰਨ ਆਏ ਤੇ ਮਹਾਂਪੁਰਖ ਸੰਤ ਬਿਹਾਲ ਦਾਸ ਜੀ ਨੂੰ ਕਹਿਣ ਲੱਗੇ, ਕਹਿੰਦੇ ਵੀ ਬਿਹਾਲ ਦਾਸਾ, ਜਿਹੜੀ ਹੈ ਨਾ ਘੱਗਰ ਨਦੀ ਆ, ਇਹਦੇ ਉੱਤੇ ਆਪਾਂ ਇੱਕ ਪੁਲ ਬਣਾਉਣਾ ਹੈਗਾ। ਇੱਕ ਜਿਹੜਾ ਪੁਲ ਬਣਾਉਣ ਦੀ ਸੇਵਾ ਹੈਗੀ ਆ, ਇਹ ਦੀ ਸਾਰੀ ਜਿਹੜੀ ਜ਼ਿੰਮੇਵਾਰੀ ਆ ਉਹ ਆਪ ਜੀ ਦੇ ਉੱਪਰ ਵਾ। ਇਸ ਕਰਕੇ ਤੁਸੀਂ ਕੁਛ ਸੇਵਾਦਾਰ ਲੈ ਜਾਓ ਅਤੇ ਉੱਥੇ ਹੈ ਨਾ ਪੁਲ ਬਣਾਉਣ ਦੀ ਸੇਵਾ ਆਰੰਭ ਕਰ ਦਿਓ। ਜਦ ਇੰਨੀ ਗੱਲ ਹੋਈ ਤਾਂ ਫਿਰ ਸੰਤ ਮਹਾਂਪੁਰਖ ਬਾਬਾ ਬਿਹਾਲ ਦਾਸ ਜੀ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਜੋ ਵੀ ਹੁਕਮ ਆ ਆਪ ਜੀ ਦਾ ਸਿਰ ਮੱਥੇ ਹੈਗਾ। ਉਸ ਤੋਂ ਬਾਅਦ ਫਿਰ ਸੰਤ ਮਹਾਂਪੁਰਖ ਬਾਬਾ ਮਹਾਨਾਮ ਸੁਣੇ ਦੱਸਿਆ ਸੀ, ਕਹਿੰਦੇ ਭਾਈ ਵੀ ਜਦੋਂ ਹੈ ਨਾ ਬਰਸਾਤਾਂ ਆਉਂਦੀਆਂ ਅਤੇ ਘੱਗਰ ਨਦੀ ਚੜ੍ਹਦੀ ਆ, ਉਸ ਟਾਈਮ ਇਹਦੇ ਵਿੱਚ ਬੇੜੀ ਪੈਂਦੀ ਆ ਅਤੇ ਇਹ ਬੇੜੀ ਜਿਹੜੀ ਆ ਇਹ ਉਸ ਇਲਾਕੇ ਦੇ ਮੁਸਲਮਾਨ ਲੋਕ ਚਲਾਉਂਦੇ ਆ। ਔਰ ਖ਼ਾਸ ਕਰਕੇ ਜਦ ਕੋਈ ਜਵਾਨ ਬੱਚੀਆਂ ਇਸ ਬੇੜੀ 'ਚ ਸਵਾਰ ਹੋ ਕੇ ਘੱਗਰ ਨਦੀ ਪਾਰ ਕਰਦੀਆਂ ਅਤੇ ਇਹ ਜਿਹੜੇ ਮੁਸਲਮਾਨ ਬਲਾਹ ਹੈਗੇ ਆ, ਇਹ ਬੇੜੀ ਕਿਨਾਰੇ ਲਾਉਣ ਦੀ ਜਗ੍ਹਾ ਉਸ ਬੇੜੀ ਨੂੰ ਉਸ ਨਦੀ ਦੇ ਸੈਂਟਰ ਦੇ ਵਿੱਚ ਖੜਾ ਕਰ ਦਿੰਦੇ ਆ ਅਤੇ ਉਹ ਜਿਹੜੀਆਂ ਲੜਕੀਆਂ ਹੈ ਉਹਨਾਂ ਨੂੰ ਬੇਪਰਦਾ ਕਰਨ ਵਾਸਤੇ ਜ਼ੋਰ ਪਾਉਂਦੇ ਆ। ਇਸ ਕਰਕੇ ਜਿਹੜੀਆਂ ਖਾਸ ਕਰਕੇ ਜਵਾਨ ਬੱਚੀਆਂ ਉਹਨਾਂ ਵਾਸਤੇ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਆ। ਅਤੇ ਇਸ ਕਰਕੇ ਇੱਥੇ ਆਪਾਂ ਅਗਰ ਪੁਲ ਬਣਾਈਏ ਤਾਂ ਇਹ ਜਿਹੜੀ ਸਮੱਸਿਆ ਹੈਗੀ ਆ ਬੱਚੀਆਂ ਦੀ, ਇਹ ਸਦਾ ਵਾਸਤੇ ਹੱਲ ਹੋ ਜਾਊਗੀ। ਦੇਖੋ ਉਸ ਤੋਂ ਬਾਅਦ ਫਿਰ ਸੰਤ ਬਾਬਾ ਬਿਹਾਲ ਦਾਸ ਜੀ ਉੱਥੇ ਚਲੇ ਗਏ ਅਤੇ ਉਸ ਤੋਂ ਬਾਅਦ ਇਹ ਜਿਹੜਾ ਪੁਲ ਸੀਗਾ ਇਹ ਬਣਾਉਣਾ ਸ਼ੁਰੂ ਕਰ ਦਿੱਤਾ। ਔਰ ਇਹ ਪੁਲ ਦੀ ਬਣਾਉਣ ਦੀ ਜਿਹੜੀ ਕਿਰਿਆ ਸੀਗੀ ਇਹ ਬੜੀ ਜ਼ੋਰ ਸ਼ੋਰ ਨਾਲ ਸੰਗਤ ਦੀ ਸੇਵਾ ਦੇ ਨਾਲ ਆਰੰਭ ਹੋਈ ਸੀ ਉਹਨਾਂ ਟਾਈਮਾਂ ਦੇ ਵਿੱਚ। ਤੋ ਸੰਤ ਬਿਹਾਲ ਦਾਸ ਜੀ ਉਹਨਾਂ ਨੂੰ ਮਹਾਂਪੁਰਖਾਂ ਨੇ ਇਹ ਹੁਕਮ ਕੀਤਾ ਸੀ ਕਿ ਜਦ ਤੱਕ ਪੁਲ ਨਹੀਂ ਬਣਦਾ ਤੁਸੀਂ ਉੱਥੇ ਹੀ ਰਹਿਣਾ ਹੈਗਾ, ਪੁਲ ਬਣਾ ਕੇ ਸਾਡੇ ਪਾਸ ਹੋਣਾ ਹੈਗਾ। ਉਸ ਤੋਂ ਬਾਅਦ ਜਦ ਫਿਰ ਪੁਲ ਜਿਹੜਾ ਮੁਕੰਮਲ ਹੋਇਆ ਸੀਗਾ, ਉਸ ਤੋਂ ਬਾਅਦ ਫਿਰ ਸੰਤ ਬਿਹਾਲ ਦਾਸ ਇਹ ਮਹਾਂਪੁਰਖਾਂ ਦੇ ਪਾਸ ਆਏ ਸੀਗੇ ਅਤੇ ਇਹ ਸਾਰੀ ਜਿਹੜੀ ਪੁਲ ਤਿਆਰ ਕਰਨ ਦੀ ਸਾਰੀ ਜਿਹੜੀ ਪ੍ਰਕਿਰਿਆ ਸੀਗੀ ਇਹ ਮਹਾਂਪੁਰਖਾਂ ਨਾਲ ਸਾਂਝੀ ਕੀਤੀ ਸੀ। ਇਹ ਸੁਣ ਕੇ ਫਿਰ ਬਾਬਾ ਮਹਾਰਾਮ ਸੁਣੀ ਬੜੇ ਪ੍ਰਸੰਨ ਹੋਏ ਸੀ। ਉਸ ਤੋਂ ਬਾਅਦ ਪ੍ਰਸੰਨਤਾ ਦੇ ਵਿੱਚ ਫਿਰ ਉਹਨਾਂ ਨੇ ਸੰਤ ਬਿਹਾਲ ਦਾਸ ਜੀ ਨੂੰ ਇਹ ਕਹਿ ਦਿੱਤਾ ਸੀਗਾ ਕਿ ਸਭ ਸ਼ੁੱਧ ਹੈ। ਇਸੇ ਤਰ੍ਹਾਂ ਨਾ ਇੱਕ ਸਰਦਾਰ ਬਿਸ਼ਨ ਸਿੰਘ ਹੋਏ ਕੱਚੀ ਪੁੱਚੋ ਨਗਰ ਵਾਲੇ। ਇਹ ਜਿਹੜੇ ਬਿਸ਼ਨ ਸਿੰਘ ਸੀਗੇ ਇਹ ਵੀ ਚੰਗੀ ਜਾਇਦਾਦ ਦੇ ਮਾਲਕ ਸੀਗੇ ਅਤੇ ਖਾਸ ਕਰਕੇ ਜਿਹੜਾ ਪਰਮਾਰਥ ਦਾ ਰਸਤਾ ਸੀਗਾ ਇਸ ਤੋਂ ਬੜੇ ਸਖਣੇ ਹੁੰਦੇ ਸੀਗੇ ਅਤੇ ਇਹਨਾਂ ਦਾ ਕੰਮ ਜ਼ਿਆਦਾ ਜਿਹੜਾ ਮਖੌਲੀਆ ਹੁੰਦਾ ਸੀਗਾ। ਇੱਕ ਵਾਰ ਦੱਸਦੇ ਆ ਕਿ ਇੱਥੇ ਹੀ ਕੱਚੀ ਪੁੱਚੋ ਨਗਰ ਦੇ ਹੈ ਨਾ ਦੋ ਪ੍ਰੇਮੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਆਏ ਅਤੇ ਇਹ ਵੀ ਹੈ ਨਾ ਰਸਤੇ ਵਿੱਚ ਉਹਨਾਂ ਨੂੰ ਮਿਲ ਗਿਆ। ਅਤੇ ਜਦ ਬਿਸ਼ਨ ਸਿੰਘ ਮਿਲਿਆ ਤਾਂ ਇਹਨਾਂ ਨੇ ਉਹਨਾਂ ਦੋਨਾਂ ਪ੍ਰੇਮੀਆਂ ਨੂੰ ਇਹ ਪੁੱਛਿਆ ਵੀ ਤੁਸੀਂ ਕਿੱਧਰ ਨੂੰ ਜਾ ਰਹੇ ਆ। ਉਹ ਪ੍ਰੇਮੀ ਕਹਿਣ ਲੱਗੇ ਵੀ ਅਸੀਂ ਇਹਨਾਂ ਰੂਮੀ ਵਾਲੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਜਾ ਰਹੇ ਹਾਂ। ਜਦ ਇੰਨੀ ਗੱਲ ਹੋਈ ਤਾਂ ਫਿਰ ਬਿਸ਼ਨ ਸਿੰਘ ਜਿਹੜਾ ਸੀਗਾ ਉਹਨਾਂ ਨੂੰ ਕਹਿਣ ਲੱਗਾ ਕਿ ਉੱਥੇ ਜਾ ਕੇ ਕੀ ਕਰੋਗੇ, ਉਹਨਾਂ ਪਾਸੇ ਕੀ ਮਿਲਦਾ ਹੈਗਾ ਤੁਹਾਨੂੰ। ਮੇਰੇ ਪਾਸ ਪਹਿਲੇ ਤੋੜ ਦੀ ਸ਼ਰਾਬ ਕੱਢੀ ਹੋਈ ਆ, ਚਲੋ ਆਪਾਂ ਬੈਠ ਕੇ ਉਹ ਜਿਹੜੀ ਬੋਤਲ ਵਾ ਸ਼ਰਾਬ ਆ ਉਹ ਪੀਂਦੇ ਆ। ਜਦ ਇੰਨੀ ਗੱਲ ਹੋਈ ਤਾਂ ਇਹਨਾਂ ਦੋ ਪ੍ਰੇਮੀਆਂ ਨੇ ਨਾ ਕਰਤੀ, ਕਹਿਣ ਲੱਗੇ ਭਾਈ ਅਸੀਂ ਤਾਂ ਘਰੋਂ ਅਰਦਾਸਾਂ ਕਰਕੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਤੁਰੇ ਹਾਂ, ਇਸ ਕਰਕੇ ਅਸੀਂ ਤਾਂ ਹੁਣ ਮਹਾਂਪੁਰਖਾਂ ਦੇ ਚਰਨਾਂ ਵਿੱਚ ਹੀ ਜਾਵਾਂਗੇ। ਜਦ ਇੰਨੀ ਗੱਲ ਹੋਈ ਤਾਂ ਫਿਰ ਬਿਸ਼ਨ ਸਿੰਘ ਕਹਿਣ ਲੱਗਾ ਚਲੋ ਅਗਰ ਤੁਸੀਂ ਦਰਸ਼ਨ ਕਰਨ ਜਾਣਾ ਹੈਗਾ ਤਾਂ ਮੇਰੇ ਪਾਸ ਵੀ ਅੱਜ ਖੁੱਲ੍ਹਾ ਸਮਾਂ ਹੈਗਾ ਅਤੇ ਮੈਂ ਵੀ ਇਸ ਤਰ੍ਹਾਂ ਕਰਦਾ ਹੈਗਾ ਕਿ ਚਲੋ ਉਹਨਾਂ ਦੇ ਢਾਡੇ ਨਾਲ ਚੱਲ ਕੇ ਉਹਨਾਂ ਦੇ ਨਾਲ ਕੋਈ ਪ੍ਰਸ਼ਨ ਕਰ ਲੂੰਗਾ। ਜਦ ਇੰਨੀ ਗੱਲ ਹੋਈ ਹੈ ਤਿੰਨੇ ਜਣੇ ਤੁਰ ਪਏ। ਤੁਰੇ ਤੁਰੇ ਜਾਂਦੇ ਰਸਤਿਆਂ ਵਿੱਚ ਬਿਸ਼ਨ ਦਾਸ ਨੇ ਜਿਹੜੇ ਸੀਗੇ ਇਹ ਉਹਨਾਂ ਦੋਨਾਂ ਪ੍ਰੇਮੀਆਂ ਨਾਲ ਹੋਰ ਵੀ ਕਈ ਮਖੌਲ ਕੀਤੇ। ਜਦ ਬਿਸ਼ਨ ਸਿੰਘ ਨੇ ਹੋਰ ਵੀ ਕਈ ਜਿਹੜੇ ਸੀ ਉਹ ਮਖੌਲ ਕਰਨੇ ਸ਼ੁਰੂ ਕੀਤੇ। ਉੱਥੇ ਮਹਾਂਪੁਰਖਾਂ ਦੇ ਪਾਸ ਪਹੁੰਚ ਗਏ। ਜਦ ਪਹੁੰਚੇ ਆ ਤਾਂ ਇਹਨਾਂ ਨੇ ਹੈ ਨਾ ਤਿੰਨਾਂ ਨੇ ਮੱਥਾ ਟੇਕ ਕੇ ਮਹਾਂਪੁਰਖਾਂ ਦੇ ਪਾਸ ਇੱਕ ਪਾਸੇ ਹੋ ਕੇ ਬੈਠੇ। ਜਦ ਬੈਠੇ ਆ ਤਾਂ ਉਸ ਤੋਂ ਬਾਅਦ ਮਹਾਂਪੁਰਖ ਨੇ ਜਿਹੜੇ ਦੋ ਪ੍ਰੇਮੀ ਆਏ ਸੀ ਉਹਨਾਂ ਨੂੰ ਤਾਂ ਉਹਨਾਂ ਦੇ ਬਚਨਾਂ ਦੇ ਨਾਲ ਨਿਹਾਲ ਕਰ ਦਿੱਤਾ। ਪਰ ਜਦੋਂ ਭਾਈ ਬਿਸ਼ਨ ਸਿੰਘ ਦੀ ਵਾਰੀ ਆਈ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਵੀ ਤੂੰ ਦਰਸ਼ਨ ਕਰਨੇ ਆ, ਤੂੰ ਤਾਂ ਕੋਈ ਪ੍ਰਸ਼ਨ ਕਰਨ ਆਇਆ ਹੈਗਾ, ਦੱਸ ਕੀ ਆ ਤੇਰਾ ਪ੍ਰਸ਼ਨ। ਜਦ ਇੰਨੀ ਗੱਲ ਹੋਈ ਤਾਂ ਫਿਰ ਇਹ ਬਿਸ਼ਨ ਸਿੰਘ ਜਿਹੜਾ ਸੀ ਮਹਾਂਪੁਰਖਾਂ ਦੇ ਅੱਗੇ ਕੁਛ ਨਹੀਂ ਬੋਲਿਆ। ਜਦ ਬੋਲਿਆ ਨਹੀਂ, ਇਹਨੇ ਚੁੱਪੀ ਸਾਧ ਲਈ ਅਤੇ ਫਿਰ ਮਹਾਂਪੁਰਖ ਕਹਿਣ ਲੱਗੇ ਚੱਲ ਠੀਕ ਆ, ਅਗਰ ਤੂੰ ਨਹੀਂ ਦੱਸਦਾ ਹੈਗਾ ਤਾਂ ਅਸੀਂ ਤੈਨੂੰ ਦੱਸ ਦਿੰਦੇ ਹਾਂ ਕਿ ਤੇਰੇ ਪ੍ਰਸ਼ਨ ਦਾ ਉੱਤਰ ਇਹ ਹੈ ਕਿ ਤੇਰੇ ਘਰ ਜੋ ਵੀ ਜਿਹੜਾ ਜਵਾਕ ਪੈਦਾ ਹੋਊਗਾ ਨਾ ਉਹ ਪੱਥਰ ਹੋਊਗਾ। ਜਦ ਇੰਨੀ ਗੱਲ ਹੋਈ ਆ ਅਤੇ ਬਿਸ਼ਨ ਸਿੰਘ ਜਿਹੜਾ ਸੀ ਚੁੱਪ ਕਰ ਗਿਆ ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਤੂੰ ਮੇਰੇ ਵੱਲ ਕੀ ਦੇਖਦਾ ਹੈ, ਜਿਹੜੀ ਪਹਿਲੇ ਤੋੜ ਦੀਆਂ 40 ਬੋਤਲਾਂ ਕੱਢ ਕੇ ਤਾਂ ਰੱਖੀਆਂ ਹੈਗੀਆਂ ਇਸ ਖੁਸ਼ੀ ਦੇ ਵਿੱਚ, ਬਸ ਉਸ ਨੂੰ ਇਕੱਲਾ ਪੀ ਲਈ ਅਤੇ ਖੁਸ਼ੀ ਮਨਾ ਲਈ।
ਦੇਖੋ ਉਸ ਤੋਂ ਬਾਅਦ ਫਿਰ ਇਹ ਜਿਹੜਾ ਬਿਸ਼ਨ ਸਿੰਘ ਸੀਗਾ ਜਦ ਘਰ ਗਿਆ ਹੈ, ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਦੇ ਵਿੱਚ ਫਿਰ ਜਿਹੜਾ ਸੀਗਾ ਕਹਿੰਦੇ ਖੁਸਰਾ ਪੈਦਾ ਹੋਇਆ ਸੀਗਾ। ਸੋ ਮਹਾਂਪੁਰਖਾਂ ਦਾ ਜਿਹੜਾ ਬਚਨ ਸੀਗਾ ਇਹ ਸੱਤ ਹੋਇਆ ਸੀ ਉਹਨਾਂ ਟਾਈਮਾਂ ਦੇ ਵਿੱਚ। ਇਸੇ ਤਰ੍ਹਾਂ ਨਾ ਇੱਕ ਭਾਈ ਕੇਸਰ ਸਿੰਘ ਹੋਏ ਆ, ਇਹ ਵੀ ਹੈ ਨਾ ਮਹਾਂਪੁਰਖਾਂ ਦੀ ਸੇਵਾ ਕਰਦੇ ਸੀ ਉਹਨਾਂ ਟਾਈਮਾਂ 'ਚ। ਇਹਨਾਂ ਨੇ ਵੀ ਕਾਫੀ ਘਾਲ ਕਮਾਈ ਕੀਤੀ ਆ। ਇੱਥੋਂ ਤੱਕ ਦੱਸਦੇ ਆ ਕਿ 150 ਪਾਠ ਜਪਜੀ ਸਾਹਿਬ ਦੇ ਭਾਈ ਕੇਸਰ ਸਿੰਘ ਉਹਨਾਂ ਟਾਈਮਾਂ 'ਚ ਕਰ ਲੈਂਦੇ ਸੀਗੇ, ਅਤੇ ਇਹਨਾਂ ਨੂੰ ਕਦੇ ਘੱਟ ਹੀ ਆਰਾਮ ਕਰਦੇ ਦੇਖਿਆ ਸੀ, ਖਾਸ ਕਰਕੇ ਬੈਠੇ ਪਾਠ ਕਰਦੇ ਰਹਿੰਦੇ ਸੀਗੇ। ਅਤੇ ਇਹਨਾਂ ਦੀ ਇਸ ਸੇਵਾ ਤੋਂ ਖੁਸ਼ ਹੋ ਕੇ ਬਾਬਾ ਮਹਾਰਨਾਮ ਸੋਹਣਾ ਨੇ ਇਹਨਾਂ ਨੂੰ ਮੰਜਾ ਬਖਸ਼ ਦਿੱਤਾ ਸੀਗਾ ਕਿ ਤੁਸੀਂ ਇਸ ਮੰਜੇ ਦੇ ਉੱਤੇ ਬੈਠ ਕੇ ਨਾ ਆਰਾਮ ਕਰ ਸਕਦੇ ਆ। ਬਾਕੀ ਮੰਜਾ ਜਿਹੜਾ ਸੀ ਮਹਾਂਪੁਰਖਾਂ ਨੇ ਕਿਸੇ ਹੋਰ ਨੂੰ ਨਹੀਂ ਸੀ ਦਿੱਤਾ। ਇਸ ਤਰ੍ਹਾਂ ਜਦ ਇਹ ਸੇਵਾ ਕਰਦੇ ਰਹੇ ਭਾਈ ਕੇਸਰ ਸਿੰਘ, ਇੱਕ ਵਾਰ ਮਹਾਂਪੁਰਖਾਂ ਨੇ ਬੜੇ ਪ੍ਰਸੰਨਤਾ ਵਿੱਚ ਭਾਈ ਕੇਸਰ ਸਿੰਘ ਨੂੰ ਕਹਿ ਦਿੱਤਾ, ਕਹਿੰਦੇ ਭਾਈ ਕੇਸਰ ਸਿੰਘ ਲੈ ਤੂੰ ਤਾਂ ਹੁਣ ਇੱਥੋਂ ਪਹੁੰਚ ਗਿਆ ਹੈਗਾ, ਜੇ ਤੂੰ ਚਾਹੇ ਤਾਂ ਤੂੰ ਮੁਰਦੇ ਵਿੱਚ ਵੀ ਜਾਨ ਪਾ ਸਕਦਾ, ਉਸ ਨੂੰ ਵੀ ਜਿੰਦਾ ਕਰ ਸਕਦਾ ਹੈਗਾ। ਦੇਖੋ ਮਹਾਂਪੁਰਖਾਂ ਨੇ ਇਹਦੀ ਵਡਿਆਈ ਕੀਤੀ। ਵਡਿਆਈ ਕਰਨ ਤੋਂ ਬਾਅਦ ਫਿਰ ਭਾਈ ਕੇਸਰ ਸਿੰਘ ਉਹਨਾਂ ਨੂੰ ਘਰ ਭੇਜ ਦਿੱਤਾ। ਉਸ ਤੋਂ ਬਾਅਦ ਜਦੋਂ ਫਿਰ ਭਾਈ ਕੇਸਰ ਸਿੰਘ ਘਰ ਚਲੇ ਗਏ, ਕਾਫੀ ਸਮਾਂ ਘਰ ਰਹੇ। ਇੱਕ ਵਾਰ ਦੱਸਦੇ ਆ ਕਿ ਇਹਨਾਂ ਦੇ ਭਰਾ ਦੀ ਇੱਕ ਲੜਕੀ, ਉਹਦਾ ਤਕਰੀਬਨ ਅਕਾਲ ਚਲਾਣਾ ਹੋਇਆ ਉਹਨਾਂ ਟਾਈਮਾਂ 'ਚ। ਜਦ ਅਕਾਲ ਚਲਾਣਾ ਉਸ ਲੜਕੀ ਦਾ ਹੋਇਆ, ਭਾਈ ਕੇਸਰ ਸਿੰਘ ਦੀ ਭਤੀਜੀ ਦਾ, ਅਤੇ ਘਰ ਦੇ ਵਿੱਚ ਰੋਣਾ ਪਿੱਟਣਾ ਸ਼ੁਰੂ ਹੋ ਗਿਆ। ਜਦ ਰੋਣਾ ਪਿੱਟਣਾ ਸ਼ੁਰੂ ਹੋ ਗਿਆ, ਫਿਰ ਭਾਈ ਕੇਸਰ ਸਿੰਘ ਨੂੰ ਮਹਾਂਪੁਰਖਾਂ ਦਾ ਬਚਨ ਯਾਦ ਆਇਆ ਕਿ ਮਹਾਂਪੁਰਖਾਂ ਨੇ ਮੈਨੂੰ ਕਿਹਾ ਸੀਗਾ ਕਿ ਭਾਈ ਜੇ ਤੂੰ ਚਾਹੇ ਤਾਂ ਤੂੰ ਮੁਰਦੇ ਨੂੰ ਵੀ ਜਿੰਦਾ ਕਰ ਸਕਦਾ ਹੈਗਾ, ਇਸ ਕਰਕੇ ਹੋਵੇ ਨਾ ਤੇ ਮੈਂ ਆਪਣੀ ਭਤੀਜੀ ਨੂੰ ਜਿੰਦਾ ਕਰ ਦਿਆਂ। ਇਹ ਸੋਚ ਕੇ ਭਾਈ ਕੇਸਰ ਸਿੰਘ ਨੇ ਆਪਣੇ ਪਰਿਵਾਰ ਨੂੰ ਇਹ ਕਹਿ ਤਾ, ਕਹਿੰਦੇ ਭਾਈ ਰੋਣਾ ਧੋਣਾ ਤੁਸੀਂ ਸਾਰਾ ਬੰਦ ਕਰ ਦਿਓ, ਅਤੇ ਮੈਂ ਇਹ ਜਿਹੜੀ ਆਪਣੀ ਭਤੀਜੀ ਲੜਕੀ ਇਹਨੂੰ ਹੁਣੇ ਜਿੰਦਾ ਕਰ ਦਿੰਦਾ। ਜਦ ਇੰਨੀ ਗੱਲ ਹੋਈ ਤਾਂ ਸਾਰਾ ਪਰਿਵਾਰ ਜਿਹੜਾ ਸੀ ਇਹ ਸੁਣ ਕੇ ਭਾਈ ਕੇਸਰ ਸਿੰਘ ਦੀ ਗੱਲ ਬੜਾ ਹੈਰਾਨ ਰਹਿ ਗਿਆ। ਪਰ ਫਿਰ ਕੇਸਰ ਸਿੰਘ ਕਹਿਣ ਲੱਗਾ ਕਿ ਇਸ ਤਰ੍ਹਾਂ ਕਰੋ, ਤੁਸੀਂ ਹੈ ਨਾ ਕਿਸੇ ਖੂਹ ਦੇ ਉੱਤੋਂ ਇੱਕ ਜਲ ਕੱਢ ਕੇ ਲਿਆਓ ਮੇਰੇ ਇਸ਼ਨਾਨ ਕਰਨ ਵਾਸਤੇ, ਅਤੇ ਪਹਿਲਾਂ ਮੈਂ ਉਸ ਜਲ ਦੇ ਨਾਲ ਇਸ਼ਨਾਨ ਕਰੂੰਗਾ। ਜਦ ਇੰਨੀ ਗੱਲ ਹੋਈ ਤਾਂ ਉਸ ਟਾਈਮ ਤੁਰੰਤ ਇੱਕ ਆਦਮੀ ਜਿਹੜਾ ਸੀਗਾ ਉਹ ਖੂਹ ਵਾਲੇ ਜਲ ਲੈਣ ਵਾਸਤੇ ਚਲਾ ਗਿਆ। ਜਦ ਉੱਧਰ ਖੂਹ 'ਤੇ ਜਲ ਲੈਣ ਵਾਸਤੇ ਗਿਆ, ਇੱਧਰ ਅੰਤਰਜਾਮੀ ਮਹਾਂਪੁਰਖ ਬਾਬਾ ਮਹਾਰਨਾਮ ਸੋਹਣਾ ਨੂੰ ਵੀ ਭਾਈ ਕੇਸਰ ਸਿੰਘ ਦੀ ਇਹਨਾਂ ਗਤੀਵਿਧੀਆਂ ਦਾ ਪਤਾ ਲੱਗ ਗਿਆ। ਜਦੋਂ ਕੱਟ ਕੇ ਅੰਤਰਜਾਮੀ ਮਹਾਂਪੁਰਖਾਂ ਨੂੰ ਪਤਾ ਲੱਗਾ, ਉਸੇ ਟਾਈਮ ਮਹਾਂਪੁਰਖਾਂ ਨੇ ਇੱਕ ਆਪਣਾ ਸੇਵਕ ਇੱਕ ਘੋੜੇ ਦੇ ਉੱਤੇ ਭਾਈ ਕੇਸਰ ਸਿੰਘ ਵੱਲ ਭੇਜ ਦਿੱਤਾ। ਜਦ ਭੇਜਿਆ ਤਾਂ ਸੇਵਕ ਨੂੰ ਮਹਾਂਪੁਰਖਾਂ ਨੇ ਇਹ ਦੱਸਿਆ, ਕਹਿੰਦੇ ਵੀ ਤੂੰ ਇਸ ਤਰ੍ਹਾਂ ਕਰੀ, ਕੇਸਰ ਸਿੰਘ ਦੇ ਭਰਾ ਨੂੰ ਇਹ ਤੂੰ ਦੱਸੀ ਕਿ ਭਾਈ ਜਿਹੜੇ ਮੁਰਦੇ ਹੁੰਦੇ ਹਨ ਉਹ ਕਦੀ ਜਿੰਦਾ ਨਹੀਂ ਹੁੰਦੇ ਹੈਗੇ, ਇਸ ਕਰਕੇ ਤੁਸੀਂ ਇਸ ਲੜਕੀ ਦਾ ਸੰਸਕਾਰ ਕਰ ਦਿਓ। ਕੇਸਰ ਸਿੰਘ ਤਾਂ ਐਵੇਂ ਹੀ ਕਰਦਾ ਹੈਗਾ। ਜਦ ਇੰਨੀ ਗੱਲ ਹੋਈ, ਉਹ ਪ੍ਰੇਮੀ ਜਿਹੜਾ ਸੀਗਾ ਉਹ ਘੋੜਾ ਲੈ ਕੇ ਜਦ ਭਾਈ ਕੇਸਰ ਸਿੰਘ ਉਹਨਾਂ ਦੇ ਘਰ 'ਤੇ ਪਹੁੰਚ ਗਿਆ, ਅਤੇ ਇੱਧਰ ਭਾਈ ਕੇਸਰ ਸਿੰਘ ਜਿਹੜੇ ਸੀਗੇ ਉਹ ਇਸ਼ਨਾਨ ਕਰਕੇ ਕੱਪੜੇ ਪਾ ਕੇ ਹਟੇ ਸੀ। ਜਾਨੂੰ ਉਸ ਪ੍ਰੇਮੀ ਨੇ ਜਿਹੜਾ ਸੀਗਾ ਆ ਕੇ ਇਸ ਪਰਿਵਾਰ ਨੂੰ ਦੱਸਿਆ ਹੈਗਾ ਕਿ ਮੈਨੂੰ ਮਹਾਂਪੁਰਖ ਬਾਬਾ ਮਹਾਰਨਾਮ ਸੋਹਣਾ ਨੇ ਭੁੱਚੋ ਤੋਂ ਭੇਜਿਆ ਹੈ, ਅਤੇ ਉਹਨਾਂ ਨੇ ਇਹ ਸੁਨੇਹਾ ਦਿੱਤਾ ਹੈਗਾ ਕਿ ਮੁਰਦੇ ਕਦੀ ਜਿੰਦਾ ਨਹੀਂ ਹੁੰਦੇ, ਇਸ ਕਰਕੇ ਕੇਸਰ ਸਿੰਘ ਝੂਠ ਬੋਲਦਾ ਹੈਗਾ, ਤੁਸੀਂ ਇਹਦੇ ਚੱਕਰ 'ਚ ਨਾ ਪਵੋ ਅਤੇ ਲੜਕੀ ਦਾ ਸੰਸਕਾਰ ਕਰ ਦਿਓ। ਦੇਖੋ ਜਦ ਉਹਨੇ ਇਹ ਗੱਲ ਦੱਸੀ ਸੀ ਤਾਂ ਫਿਰ ਦੇਖੋ ਭਾਈ ਕੇਸਰ ਸਿੰਘ ਦਾ ਚੁੱਪ ਕਰ ਗਿਆ ਮਹਾਂਪੁਰਖਾਂ ਦਾ ਬਚਨ ਸੁਣਦੇ ਸਾਰੀ। ਉਸ ਤੋਂ ਬਾਅਦ ਦੇਖੋ ਉਸ ਲੜਕੀ ਦਾ ਫਿਰ ਸੰਸਕਾਰ ਕੀਤਾ। ਸੰਸਕਾਰ ਕਰਨ ਤੋਂ ਬਾਅਦ ਉਹ ਸੇਵਕ ਨੇ ਭਾਈ ਕੇਸਰ ਸਿੰਘ ਨੂੰ ਮਹਾਂਪੁਰਖਾਂ ਦਾ ਦੂਸਰਾ ਜਿਹੜਾ ਸੀ ਇਹ ਆਦੇਸ਼ ਸੁਣਾਤਾ ਕਿ ਮਹਾਂਪੁਰਖਾਂ ਨੇ ਮੈਨੂੰ ਦੱਸਿਆ ਹੈਗਾ ਕਿ ਜਦੋਂ ਲੜਕੀ ਦਾ ਸੰਸਕਾਰ ਹੋ ਜਾਵੇ ਤਾਂ ਤੂੰ ਭਾਈ ਕੇਸਰ ਸਿੰਘ ਨੂੰ ਨਾਲ ਲੈ ਕੇ ਨਾ ਸਾਡੇ ਪਾਸ ਪਹੁੰਚ ਜਾਏ। ਉਸ ਤੋਂ ਬਾਅਦ ਉਹ ਪ੍ਰੇਮੀ ਨੇ ਜਦ ਭਾਈ ਕੇਸਰ ਸਿੰਘ ਨੂੰ ਦੱਸਿਆ ਕਿ ਤੂੰ ਸਾਡੇ ਨਾਲ ਜਾਣ ਵਾਸਤੇ ਪੁੱਛੋ ਤਿਆਰ ਹੋ ਜਾ, ਪਰ ਹੁਣ ਕੇਸਰ ਸਿੰਘ ਅੰਦਰੋਂ ਨਹੀਂ ਸੀ ਚਾਹੁੰਦਾ, ਪਰ ਹੁਣ ਮਹਾਂਪੁਰਖਾਂ ਦਾ ਬਚਨ ਸੁਣ ਕੇ ਮਜਬੂਰ ਹੋ ਗਿਆ ਅਤੇ ਘੋੜੀ 'ਤੇ ਬੈਠ ਕੇ ਉਸ ਪ੍ਰੇਮੀ ਨਾਲ ਮੁੜ ਕੇ ਪੁੱਛੋ ਮਹਾਂਪੁਰਖਾਂ ਦੇ ਚਰਨਾਂ 'ਚ ਪਹੁੰਚ ਗਿਆ। ਜਦ ਚਰਨਾਂ 'ਚ ਪਹੁੰਚਿਆ ਤਾਂ ਇੱਥੇ ਆ ਕੇ ਨੇ ਨਾ ਮਹਾਂਪੁਰਖਾਂ ਨੂੰ ਮੱਥਾ ਟੇਕਿਆ। ਜਦ ਮੱਥਾ ਟੇਕਿਆ ਤਾਂ ਬਾਬਾ ਜੀ ਉਹਨੂੰ ਕਹਿਣ ਲੱਗੇ, ਕਹਿੰਦੇ ਭਾਈ ਤੂੰ ਰੱਬ ਦਾ ਸ਼ਰੀਕ ਕਿਉਂ ਬਣਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਭਾਈ ਕੇਸਰ ਸਿੰਘ ਜਿਹੜੇ ਸੀਗੇ ਮਹਾਂਪੁਰਖਾਂ ਦੇ ਚਿਹਰੇ ਵੱਲ ਦੇਖਣ ਲੱਗ ਪਏ, ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਇਹ ਸ਼ਕਤੀ ਤੈਨੂੰ ਤਾਂ ਤੇਰੇ ਬੜਪਣ ਕਰਕੇ ਦਿੱਤੀ ਸੀ, ਨਾ ਰੱਬ ਦਾ ਸ਼ਰੀਕ ਬਣਨ ਵਾਸਤੇ ਦਿੱਤੀ ਸੀ। ਇਸ ਕਰਕੇ ਅੱਜ ਤੋਂ ਬਾਅਦ ਇਹ ਜਿਹੜੀ ਸ਼ਕਤੀ ਹੈਗੀ ਇਹ ਅਸੀਂ ਤੇਰੇ ਤੋਂ ਖੋਹ ਲੈਂਦੇ ਹਾਂ, ਇਹ ਸ਼ਕਤੀ ਹੁਣ ਤੇਰੇ ਪਾਸ ਨਹੀਂ ਰਹੇਗੀ। ਜਦ ਮਹਾਂਪੁਰਖਾਂ ਨੇ ਇਹ ਜਿਹੜਾ ਬਚਨ ਸੀ ਭਾਈ ਕੇਸਰ ਸਿੰਘ ਨੂੰ ਆਖਿਆ ਸੀ, ਫਿਰ ਕੇਸਰ ਸਿੰਘ ਜਿਹੜਾ ਸੀ ਚੁੱਪ ਕਰ ਗਿਆ ਅਤੇ ਮਹਾਂਪੁਰਖਾਂ ਦੇ ਚਰਨਾਂ 'ਤੇ ਢਹਿ ਪਿਆ। ਦੇਖੋ ਜਿਹੜੀ ਸਾਰੀ ਕਲਾ ਸ਼ਕਤੀ ਬਾਬਾ ਮਹਾਰਨਾਮ ਸੋਹਣਾ ਨੇ ਭਾਈ ਕੇਸਰ ਸਿੰਘ ਦੀ ਖਿੱਚ ਲਈ, ਅਤੇ ਕੇਸਰ ਸਿੰਘ ਦਾ ਜਿਹੜਾ ਫਿਊਜ਼ ਸੀ ਪੂਰੀ ਤਰ੍ਹਾਂ ਉੱਡ ਗਿਆ। ਫਿਰ ਬਾਬਾ ਜੀ ਨੇ ਆਖਿਆ, ਕਹਿੰਦੇ ਭਾਈ ਹੁਣ ਤੂੰ ਸਾਡੇ ਪਾਸ ਰਹਿ ਕੇ ਹੋਰ ਭਜਨ ਬੰਦਗੀ ਕਰ, ਇਹ ਜਿਹੜੀ ਸ਼ਕਤੀ ਹੈਗੀ ਅਸੀਂ ਤੇਰੀ ਆਪਣੇ ਪਾਸ ਰੱਖਾਂਗੇ, ਅਤੇ ਇਹ ਤੈਨੂੰ ਫਿਰ ਅਗਲੇ ਜਨਮ ਦੇ ਵਿੱਚ ਉਦੋਂ ਦੇਵਾਂਗੇ ਜਦੋਂ ਤੂੰ ਇਹਦੇ ਯੋਗ ਹੋ ਜਾਊਗਾ। ਇਹ ਮਹਾਂਪੁਰਖਾਂ ਨੇ ਜਿਹੜਾ ਬਚਨ ਸੀਗਾ ਉਸ ਟਾਈਮ ਭਾਈ ਕੇਸਰ ਸਿੰਘ ਨੂੰ ਕੀਤਾ ਸੀਗਾ। ਉਸ ਤੋਂ ਬਾਅਦ ਫਿਰ ਭਾਈ ਕੇਸਰ ਸਿੰਘ ਮਹਾਂਪੁਰਖਾਂ ਦੇ ਚਰਨਾਂ 'ਚ ਰਹਿ ਕੇ ਫਿਰ ਦੁਬਾਰਾ ਬੰਦਗੀ ਕਰਨ ਲੱਗ ਪਿਆ ਸੀਗਾ,
ਤੇ ਜਦੋਂ ਕਿਤੇ ਭਾਈ ਕੇਸਰ ਸਿੰਘ ਨੇ ਘਰ ਜਾਣਾ ਸੀਗਾ, ਉਸ ਨੇ ਫਿਰ ਮਹਾਂਪੁਰਖਾਂ ਨੇ ਇਸ ਨੂੰ ਇਹ ਆਦੇਸ਼ ਦਿੱਤਾ ਸੀਗਾ ਕਿ ਜਦ ਵੀ ਤੂੰ ਜਾਣਾ ਹੈਗਾ ਪਹਿਲਾਂ ਸਾਡੇ ਪਾਸ ਸ਼ਰ੍ਹਾ ਕਰਾ ਕੇ ਜਾਣਾ ਹੈਗਾ। ਉਸ ਤੋਂ ਬਾਅਦ ਜਦੋਂ ਵੀ ਭਾਈ ਕੇਸਰ ਸਿੰਘ ਜਿਹੜੇ ਘਰ ਜਾਂਦੇ ਸੀਗੇ, ਇਹ ਮਹਾਂਪੁਰਖਾਂ ਤੋਂ ਸ਼ਰ੍ਹਾ ਕਰਾ ਕੇ ਜਾਂਦੇ ਹੁੰਦੇ ਸੀ। ਇਸੇ ਤਰ੍ਹਾਂ ਨਾ ਇੱਕ ਨਾ ਗਿਰਧਾਰੀ ਲਾਲ ਜੀ ਹੋਏ ਕੋਠੇ ਗੁਰੂ ਕੇ, ਇਹ ਵੀ ਜਿਹੜੀ ਸੀ ਮਹਾਂਪੁਰਖਾਂ ਦੀ ਸੇਵਾ ਕਰਦੇ ਸੀ। ਉਹਨਾਂ ਟਾਈਮਾਂ ਦੇ ਵਿੱਚ ਜਦ ਸੇਵਾ ਕਰਦੇ ਹੁੰਦੇ ਸੀ, ਇਹਨਾਂ ਦੇ ਮਨ ਦੇ ਵਿੱਚ ਇਹ ਆਇਆ ਕਿ ਮੇਰੇ 4 ਲੜਕੀਆਂ ਹੈਗੀਆਂ, ਮੈਂ ਮਹਾਂਪੁਰਖਾਂ ਦੀ ਸੇਵਾ ਕਰਨੀ ਆ। ਅਗਰ ਮਹਾਂਪੁਰਖਾਂ ਦੇ ਮਨ ਦੇ ਵਿੱਚ ਕਦੀ ਪ੍ਰਸੰਨਤਾ ਹੋਈ ਤੇ ਮੇਰੇ ਘਰ ਕੋਈ ਨਾ ਕੋਈ ਜਿਹੜਾ ਸੀਗਾ ਉਹ ਲੜਕੀਆਂ ਤੋਂ ਇਲਾਵਾ ਪੁੱਤਰ ਦੀ ਦਾਤ ਜ਼ਰੂਰ ਦੇਣਗੇ, ਪਰ ਮੈਂ ਮਹਾਂਪੁਰਖਾਂ ਦੇ ਅੱਗੇ ਕਦੀ ਮੰਗ ਕੇ ਇਹ ਬਚਨ ਇਹ ਵਾਰ ਨਹੀਂ ਲੈਣਾ ਹੈਗਾ। ਜਦ ਇਸ ਤਰ੍ਹਾਂ ਨਾ ਗਿਰਧਾਰੀ ਲਾਲ ਉਹਨਾਂ ਦੇ ਮਨ ਦੇ ਵਿੱਚ ਆਇਆ, ਇਹ ਫਿਰ ਜਿਹੜਾ ਸੀ ਸੇਵਾ ਕਰਦਾ ਰਿਹਾ। ਜਦ ਕਾਫੀ ਸਮਾਂ ਇਹਨੂੰ ਸੇਵਾ ਕਰਦਿਆਂ ਨੂੰ ਹੋ ਗਿਆ, ਇੱਕ ਵਾਰ ਫਿਰ ਮਹਾਂਪੁਰਖਾਂ ਨੇ ਇਸ ਗਿਰਧਾਰੀ ਲਾਲ ਨੂੰ ਆਖਿਆ, ਕਹਿੰਦੇ ਗਿਰਧਾਰੀ ਲਾਲ ਸਾਨੂੰ ਲੱਗਦਾ ਵੀ ਤੈਨੂੰ ਭੁੱਖ ਲੱਗੀ ਆ, ਤੇ ਦੱਸ ਕੀ ਛਕਣਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਗਿਰਧਾਰੀ ਲਾਲ ਚੁੱਪ ਰਿਹਾ। ਮਹਾਂਪੁਰਖਾਂ ਨੇ ਦੂਸਰੀ ਵਾਰ ਫੇਰੀ ਹੋਈ ਬਚਨ ਧਰਾਇਆ, ਪਰ ਗਿਰਧਾਰੀ ਲਾਲ ਨੇ ਕੋਈ ਜਵਾਬ ਨਹੀਂ ਦਿੱਤਾ। ਤੀਸਰੀ ਵਾਰੀ ਮਹਾਂਪੁਰਖਾਂ ਨੇ ਫਿਰ ਇਹੀ ਬਚਨ ਕਿਹਾ ਕਿ ਅਗਰ ਕਿਸੇ ਚੀਜ਼ ਦੀ ਭੁੱਖ ਹੈਗੀ ਹੈ ਤਾਂ ਦੱਸ, ਤੈਨੂੰ ਕੁਛ ਛਕਾਈਏ, ਤੈਨੂੰ ਕੁਛ ਦਈਏ। ਪਰ ਗਿਰਧਾਰੀ ਲਾਲ ਆਪਣੇ ਬਚਨ 'ਤੇ ਪੱਕਾ ਰਿਹਾ। ਉਹ ਗੱਲ ਤਾਂ ਸਮਝ ਗਿਆ ਸੀ ਮਹਾਂਪੁਰਖਾਂ ਦੀ, ਪਰ ਮਨ ਵਿੱਚ ਇਹ ਹੈ ਕਿ ਮੈਂ ਆਪ ਕੋਈ ਬਚਨ ਨਹੀਂ ਕਰਨਾ ਹੈਗਾ ਮਹਾਂਪੁਰਖਾਂ ਦੇ। ਮਹਾਂਪੁਰਖਾਂ ਦੀ ਪ੍ਰਸੰਨਤਾ ਹੋ ਗਈ ਤਾਂ ਮੈਨੂੰ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਜ਼ਰੂਰ ਕੁਛ ਨਾ ਕੁਛ ਦੇਣਗੇ। ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਗਿਰਧਾਰੀ ਲਾਲ ਨੂੰ ਕਿਹਾ, ਕਹਿੰਦੇ ਚੱਲ ਚੰਗਾ ਤੂੰ ਇਸ ਤਰ੍ਹਾਂ ਕਰ, ਜਾ ਕੇ ਲੰਗਰ ਦੇ ਵਿੱਚੋਂ ਹੁਣ ਪ੍ਰਸ਼ਾਦੇ ਛਕ ਲਾ, ਜਿੰਨੀ ਤੇਰੀ ਮਰਜ਼ੀ ਹੈ। ਇਹ ਕਹਿ ਕੇ ਮਹਾਂਪੁਰਖਾਂ ਨੇ ਗਿਰਧਾਰੀ ਲਾਲ ਨੂੰ ਲੰਗਰ ਦੇ ਵਿੱਚ ਭੇਜ ਦਿੱਤਾ। ਜਦ ਗਿਰਧਾਰੀ ਲਾਲ ਲੰਗਰ 'ਚ ਗਿਆ ਤਾਂ ਉਹਨੇ ਉੱਥੇ ਕੀ ਦੇਖਿਆ, ਕਾਫੀ ਪ੍ਰਸ਼ਾਦੇ ਪਏ ਆ, ਪਰ ਗਿਰਧਾਰੀ ਲਾਲ ਨੇ 2 ਪ੍ਰਸ਼ਾਦੇ ਚੱਕੇ ਤੇ ਹੱਥਾਂ 'ਤੇ ਰੱਖ ਕੇ ਛਕ ਲਏ। ਜਦ ਛਕ ਕੇ ਬਾਹਰ ਆਇਆ ਤੇ ਮਹਾਂਪੁਰਖਾਂ ਦੇ ਕੋਲ ਜਦ ਪਹੁੰਚਾ ਦੁਬਾਰਾ, ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਗਿਰਧਾਰੀ ਲਾਲ ਕਿੰਨੇ ਪ੍ਰਸ਼ਾਦੇ ਛਕੇ ਆ। ਤੇ ਗਿਰਧਾਰੀ ਲਾਲ ਜੀ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਪ੍ਰਸ਼ਾਦੇ ਤਾਂ ਬਹੁਤ ਪਏ ਸੀ, ਮੈਂ 2 ਹੀ ਛਕੇ ਆ। ਬਾਬਾ ਜੀ ਕਹਿਣ ਲੱਗੇ, ਬਸ 2 ਹੀ ਛਕੇ ਆ, ਜ਼ਿਆਦਾ ਛਕ ਲੈਂਦਾ। ਉਹ ਕਹਿਣ ਲੱਗਾ, ਜੀ ਨਹੀਂ, ਬਸ 2 ਪ੍ਰਸ਼ਾਦਿਆਂ ਨੇ ਮੇਰੀ ਭੁੱਖ ਪੂਰੀ ਹੋ ਗਈ ਆ। ਜਦ ਇਹ ਵਚਨ ਜਿਹੜਾ ਸੀ ਗਿਰਧਾਰੀ ਲਾਲ ਨੇ ਕੀਤਾ, ਤੇ ਫਿਰ ਬਾਬਾ ਜੀ ਕਹਿਣ ਲੱਗੇ, ਚੱਲ ਠੀਕ ਆ। ਕਹਿੰਦੇ ਵੀ ਭਾਈ ਹੁਣ ਤੇਰੇ 2 ਪੁੱਤਰ ਹੋਣਗੇ। ਉਸ ਤੋਂ ਬਾਅਦ ਦੇਖੋ ਮਹਾਂਪੁਰਖਾਂ ਦਾ ਬਚਨ ਸੱਤ ਹੋਇਆ। ਇਸ ਗਿਰਧਾਰੀ ਲਾਲ ਦੇ 2 ਲੜਕੇ ਹੋਏ ਸੀ, ਉਹਨੇ 4 ਬੇਟੀਆਂ ਤੋਂ ਬਾਅਦ ਉਹਨਾਂ ਟਾਈਮਾਂ ਦੇ ਵਿੱਚ। ਫਿਰ ਇੱਕ ਦਾ ਨਾਂ ਇਹਨੇ ਇੰਦਰਜੀਤ ਰੱਖਿਆ ਸੀ, ਦੂਸਰੇ ਜਿਹੜਾ ਲੜਕੇ ਸੀ ਉਹਦਾ ਨਾਂ ਰੱਖਿਆ ਸੀ ਗਿਆਨ ਚੰਦ। ਇਸੇ ਤਰ੍ਹਾਂ ਨਾ ਇੱਕ ਬਿਸ਼ਨ ਸਿੰਘ ਸੀ ਜਿਹੜਾ ਚੱਕ ਫਤਿਹ ਸਿੰਘ ਦੇ ਰਹਿਣ ਵਾਲਾ ਸੀਗਾ। ਇੱਕ ਵਾਰੀ ਹੈ ਨਾ ਇਹ ਗੋਬਿੰਦਪੁਰੇ ਤੋਂ ਆਪਣੀ ਘਰਵਾਲੀ ਦਾ ਮਕਲਾਵਾ ਲੈ ਕੇ ਜਿਹੜਾ ਸੀ ਉੱਧਰੋਂ ਆਇਆ ਸੀਗਾ। ਜਦ ਉਹਨਾਂ ਇਲਾਕਿਆਂ 'ਚੋਂ ਆ ਰਿਹਾ ਸੀਗਾ, ਇਹ ਸਿੱਧਾ ਨਾ ਮਹਾਂਪੁਰਖ ਬਾਬਾ ਮਾਹਰ ਨਾਮ ਸੁਣ ਦੇ ਦਰਸ਼ਨ ਕਰਨ ਆਇਆ। ਜਦ ਦਰਸ਼ਨ ਕਰਨ ਆਇਆ ਤੇ ਲੰਘਦੇ ਇਹਨਾਂ ਨੇ ਹੈ ਨਾ ਫਿਰ ਬਾਬਾ ਜੀ ਦੇ ਚਰਨਾਂ 'ਚ ਮੱਥਾ ਟੇਕਿਆ। ਜਦ ਮੱਥਾ ਟੇਕਿਆ ਤਾਂ ਮਹਾਂਪੁਰਖ ਨੇ ਇਹਦੀ ਘਰਵਾਲੀ ਵੱਲ ਦੇਖ ਕੇ ਹੈ ਨਾ ਇਸ ਬਿਸ਼ਨ ਸਿੰਘ ਨੂੰ ਜਿਹੜਾ ਸੀਗਾ ਇਹ ਇਸ਼ਾਰਾ ਕੀਤਾ, ਕਹਿਣ ਲੱਗੇ ਵੀ ਆਹ ਤੇਰੀ ਘਰਵਾਲੀ ਆ। ਤੇ ਬਿਸ਼ਨ ਸਿੰਘ ਕਹਿਣ ਲੱਗਾ, ਹਾਂ ਮਹਾਂਪੁਰਖੋ ਇਹ ਮੇਰੀ ਘਰਵਾਲੀ ਆ। ਤੇ ਬਾਬਾ ਜੀ ਕਹਿਣ ਲੱਗੇ ਵੀ ਇਹ ਤਾਂ 6 ਪੁੱਤਰਾਂ ਦੀ ਮਾਂ ਸਾਨੂੰ ਦਿਸਦੀ ਆ। ਉਸ ਤੋਂ ਬਾਅਦ ਦੇਖੋ ਉਸੇ ਹੀ ਬਿਸ਼ਨ ਸਿੰਘ ਦੀ ਘਰਵਾਲੀ ਦੇ 6 ਲੜਕੇ ਹੋਏ ਸੀਗੇ। ਇਸ ਤਰ੍ਹਾਂ ਨਾ ਇੱਕ ਪੰਡਿਤ ਦੁਰਗਾ ਰਾਮ ਦੇ ਜਿਹੜੇ ਪਿਤਾ ਸੀ ਉਹ ਵੀ ਹੈ ਨਾ ਮਹਾਂਪੁਰਖਾਂ ਦੀ ਸੇਵਾ ਕਰਦੇ ਹੁੰਦੇ ਸੀ। ਜਦ ਸੇਵਾ ਕਰਦੇ ਹੁੰਦੇ ਸੀ, ਇੱਕ ਵਾਰ ਸੇਵਾ ਕਰਦਿਆਂ ਪੰਡਿਤ ਦੁਰਗਾ ਰਾਮ ਦੇ ਪਿਤਾ ਨੇ ਮਹਾਂਪੁਰਖਾਂ ਨੂੰ ਇਹ ਬੇਨਤੀ ਕੀਤੀ ਕਿ ਮੇਰਾ ਚਿੱਤ ਕਰਦਾ ਹੈਗਾ ਕਿ ਮੈਂ ਹਰਿਦੁਆਰ ਜਾ ਕੇ ਗੰਗਾ ਘਾਟ 'ਤੇ ਇਸ਼ਨਾਨ ਕਰ ਲਵਾਂ, ਪਰ ਮੇਰੇ ਮਨ ਦੇ ਵਿੱਚ ਇਹ ਹੈਗਾ ਕਿ ਤੁਸੀਂ ਵੀ ਮੇਰੇ ਨਾਲ ਜਾ ਕੇ ਹਰਿਦੁਆਰ ਇਸ਼ਨਾਨ ਕਰੋ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਚਲੋ ਇਸ ਤਰ੍ਹਾਂ ਕਰੋ ਵੀ ਤੁਸੀਂ ਹੈ ਨਾ ਹਰਿਦੁਆਰੇ ਚਲੇ ਜਾਓ, ਅਸੀਂ ਤੁਹਾਡੇ ਨਾਲ ਜਾ ਕੇ ਉੱਥੇ ਇਸ਼ਨਾਨ ਜ਼ਰੂਰ ਕਰਾਂਗੇ। ਦੇਖੋ ਮਹਾਂਪੁਰਖਾਂ ਨੇ ਇਹ ਬਚਨ ਦੇ ਦਿੱਤਾ ਸੀਗਾ। ਜਦ ਬਚਨ ਦਿੱਤਾ ਤੇ ਦੁਰਗਾ ਰਾਮ ਦੇ ਪਿਤਾ ਜੀ ਜਦ ਹਰਿਦੁਆਰ ਪਹੁੰਚੇ ਸੀਗੇ ਤੇ ਉੱਥੇ ਉਹਨੇ ਕੀ ਦੇਖਿਆ ਕਿ ਮਹਾਂਪੁਰਖ ਤਾਂ ਆਏ ਨਹੀਂ। ਅਖੀਰ ਅੜੀਕ ਕੇ ਹੈ ਨਾ ਹਰ ਕੀ ਪੌੜੀ ਇਸ਼ਨਾਨ ਕਰਨ ਲੱਗ ਪਏ। ਜਦ ਇਸ਼ਨਾਨ ਕਰਨ ਲੱਗਿਆ ਤੇ ਇਹਨੇ ਅਚਨਚੇਤ ਕੀ ਦੇਖਿਆ ਕਿ ਸਾਹਮਣੇ ਹਰ ਕੀ ਪੌੜੀ ਤੇ ਬਾਬਾ ਹਰਨਾਮ ਸਿੰਘ ਵੀ ਇਸ਼ਨਾਨ ਕਰਦੇ ਇਹਨੂੰ ਦਿਖਾਈ ਦਿੱਤੇ। ਜਦ ਇਸ਼ਨਾਨ ਕਰਦੇ ਦਿਖਾਈ ਦਿੱਤੇ ਬੜਾ ਹੈਰਾਨ ਹੋਇਆ ਕਿ ਮਹਾਂਪੁਰਖ ਮੇਰੇ ਤੋਂ ਪਹਿਲਾਂ ਇਸ ਤਰ੍ਹਾਂ ਕਿਵੇਂ ਪਹੁੰਚ ਗਏ ਆ। ਖੈਰ ਜਦੋਂ ਇਸ਼ਨਾਨ ਕਰਕੇ ਹਟਿਆ ਤੇ ਉਸ ਤੋਂ ਬਾਅਦ ਇਹਨੇ ਕੀ ਦੇਖਿਆ ਕਿ ਬਾਬਾ ਜੀ ਜਿਹੜੇ ਸੀਗੇ ਉਹ ਬੜੇ ਆਪਣੇ ਧਿਆਨ ਨੇਮ ਦੇ ਵਿੱਚ ਇਸ਼ਨਾਨ ਕਰ ਰਹੇ ਸੀ। ਉਸ ਤੋਂ ਬਾਅਦ ਫਿਰ ਬਾਬਾ ਮਾਹਰ ਨਾਮ ਸੁਣੇ ਇਸ਼ਨਾਨ ਕਰਦੇ ਉਸੇ ਗੰਗਾ ਦੇ ਵਿੱਚ ਚੁੱਭੀ ਮਾਰੀ ਆ, ਮੁੜ ਕੇ ਫਿਰ ਦਿਖਾਈ ਨਹੀਂ ਦਿੱਤੇ, ਬਾਹਰ ਨਹੀਂ ਆਏ। ਜਦ ਬਾਹਰ ਨਹੀਂ ਆਏ ਇਹ ਦੇਖ ਕੇ ਪੰਡਿਤ ਦੁਰਗਾ ਰਾਮ ਜਿਹੜਾ ਸੀ ਬੜਾ ਚਾਕਰਤ ਹੋ ਗਿਆ। ਉਸ ਤੋਂ ਬਾਅਦ ਇਹ ਫਿਰ ਵਾਪਸ ਜਿਹੜਾ ਸੀ ਭੁੱਚੋ ਆਇਆ। ਜਦ ਭੁੱਚੋ ਆਇਆ ਤੇ ਇਹਨੇ ਆ ਕੇ ਜਦ ਕੀ ਦੇਖਿਆ ਕਿ ਮਹਾਂਪੁਰਖ ਤਾਂ ਆਪਣੀ ਆਸਣ 'ਤੇ ਬਿਰਾਜਮਾਨ ਹੈ। ਫਿਰ ਸੰਗਤਾਂ ਤੋਂ ਪਤਾ ਲੱਗਾ ਕਿ ਮਹਾਂਪੁਰਖ ਤਾਂ ਕਿਤੇ ਨਹੀਂ ਗਏ, ਤਾਂ ਇੱਥੇ ਹੀ ਆ। ਜਦ ਇੰਨੀ ਗੱਲ ਹੋਈ ਤਾਂ ਪੰਡਿਤ ਦੁਰਗਾ ਰਾਮ ਦੇ ਪਿਤਾ ਜੀ ਇਹ ਸੁਣ ਕੇ ਬੜੇ ਹੈਰਾਨ ਹੋਏ ਸੀ। ਪਰ ਜਦੋਂ ਇਹਨਾਂ ਨੇ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਸੀ
ਤੇ ਬਾਬਾ ਜੀ ਨੇ ਪੰਡਤ ਦੁਰਗਾ ਰਾਮ ਦੇ ਪਿਤਾ ਨੂੰ ਆਖਿਆ ਸੀ, ਕਹਿੰਦੇ ਭਾਈ ਅਸੀਂ ਆਪਣਾ ਜਿਹੜਾ ਹੈ ਨਾ ਬਚਨ ਪੂਰਾ ਕੀਤਾ ਹੈਗਾ, ਤੇ ਜਿੱਥੇ ਤੁਸੀਂ ਇਸ਼ਨਾਨ ਕੀਤਾ ਉੱਥੇ ਸਾਨੂੰ ਵੀ ਇਸ਼ਨਾਨ ਕਰਨਾ ਪਿਆ। ਇਹ ਸੁਣ ਕੇ ਫਿਰ ਜਿਹੜਾ ਸੀਗਾ ਪੰਡਤ ਦੁਰਗਾ ਰਾਮ ਦੇ ਪਿਤਾ ਜੀ ਇਹ ਮਹਾਂਪੁਰਖਾਂ ਦੇ ਪ੍ਰਤੀ ਬਹੁਤ ਜ਼ਿਆਦਾ ਨਿਮਰਤਾ ਭਾਵ ਵਿੱਚ ਆਏ ਸੀ, ਤੇ ਉਹਨਾਂ ਦੇ ਚਰਨਾਂ 'ਚ ਮੱਥਾ ਟੇਕਿਆ ਸੀਗਾ। ਤੇ ਉੱਥੋਂ ਫਿਰ ਇਹਨਾਂ ਦੇ ਪਿਤਾ ਜੀ ਨੂੰ ਪਤਾ ਲੱਗਿਆ ਸੀਗਾ ਕਿ ਬਾਬਾ ਮਹਾਰਾਣਾ ਸੋਹਣੀ ਇਹ ਸਰਬ ਵਿਆਪਕ ਮਹਾਤਮਾ ਹੈਗੇ ਆ। ਇਸੇ ਤਰ੍ਹਾਂ ਇੱਕ ਹੋਰ ਪੰਡਤ ਸੀਗਾ, ਉਹ ਵੀ ਹੈ ਨਾ ਗੰਗਾ ਹਰਿਦੁਆਰ 'ਤੇ ਇਸ਼ਨਾਨ ਕਰਨ ਦਾ ਫੁਰਨਾ ਬਣਾ ਕੇ ਮਹਾਂਪੁਰਖਾਂ ਪਾਸ ਆਇਆ ਸੀਗਾ। ਜਦ ਫੁਰਨਾ ਬਣਾ ਕੇ ਆਇਆ ਤੇ ਫਿਰ ਮਹਾਂਪੁਰਖਾਂ ਨੂੰ ਨੇ ਦੇਖਿਆ ਹੈਗਾ ਕਿ ਇਹਦਾ ਚਿੱਤ ਤਾਂ ਕਰਦਾ ਕਿ ਮੈਂ ਵੀ ਹਰਿਦੁਆਰ ਗੰਗਾ ਘਾਟ 'ਤੇ ਇਸ਼ਨਾਨ ਕਰਾਂ, ਪਰ ਇਹਦੇ ਪਾਸ ਗਰੀਬੀ ਆ, ਆਉਣ ਜਾਣ ਦਾ ਕਿਰਾਇਆ ਨਹੀਂ ਆ। ਇਸ ਕਰਕੇ ਮਹਾਂਪੁਰਖਾਂ ਨੇ ਉਸ ਪੰਡਤ ਨੂੰ ਵੀ ਆਉਣ ਜਾਣ ਦਾ ਕਿਰਾਇਆ ਦਿੱਤਾ। ਜਦ ਕਿਰਾਇਆ ਦਿੱਤਾ ਤੇ ਕਿਰਾਇਆ ਦੇ ਕੇ ਜਦ ਜਾਣ ਲੱਗਿਆ ਤੇ ਬਾਬਾ ਜੀ ਨੇ ਇਸ ਨੂੰ ਇੱਕ ਹੋਰ ਬਚਨ ਆਖਿਆ, ਕਹਿਣ ਲੱਗੇ ਪੰਡਤ ਜੀ ਤੁਸੀਂ ਜਦੋਂ ਇਸ਼ਨਾਨ ਕਰਕੇ ਹਟੋਗੇ ਹੈ ਨਾ, ਜੋ ਵੀ ਤੁਹਾਡੇ ਮਨ ਦੀ ਇੱਛਾ ਸੰਕਲਪ ਹੋਊਗਾ ਉਹ ਤੁਹਾਡੇ ਇਸ਼ਨਾਨ ਕਰਨ ਤੋਂ ਬਾਅਦ ਜ਼ਰੂਰ ਪੂਰਾ ਹੋ ਜਾਊ। ਜਦ ਇੰਨੀ ਗੱਲ ਹੋਈ ਤਾਂ ਇਹ ਜਿਹੜਾ ਪੰਡਤ ਸੀਗਾ ਜਦ ਇਹ ਹਰਿਦੁਆਰ ਪਹੁੰਚਿਆ, ਇਹ ਰਸਤੇ ਦੇ ਵਿੱਚ ਸੋਚਦਾ ਗਿਆ ਕਿ ਮੈਂ ਕੀ ਮੰਗਾਂ ਤੇ ਕੀ ਨਾ ਮੰਗਾਂ। ਕਰਦਾ ਕਰਦਾ ਇਹ ਹਰ ਕੀ ਪੌੜੀ ਜਦ ਇਹ ਇਸ਼ਨਾਨ ਕਰਨ ਲੱਗਾ, ਇਸ਼ਨਾਨ ਕਰਦੇ ਕਰਦੇ ਇਹਦੇ ਮਨ ਦੇ ਵਿੱਚ ਇਹ ਆਵੇ ਕਿ ਮੈਂ ਕਿਹੜੀ ਚੀਜ਼ ਛੱਡਾਂ ਤੇ ਕਿਹੜੀ ਚੀਜ਼ ਮੰਗਾਂ, ਕਿਹੜੀ ਚੀਜ਼ ਛੱਡਾਂ ਕਿਹੜੀ ਚੀਜ਼ ਮੰਗਾਂ। ਇਸ ਕਰਕੇ ਜਿਹੜਾ ਪੰਡਤ ਸੀਗਾ ਇਹ ਦੁਵਿਤੀ ਦੇ ਵਿੱਚ ਫਸ ਗਿਆ, ਦੁਵਿਤੀ 'ਚ ਫਸ ਗਿਆ, ਪਰ ਮੰਗਿਆ ਕੁਛ ਨਹੀਂ। ਜਦ ਇਹਨੇ ਇਸ਼ਨਾਨ ਪੂਰਾ ਕੀਤਾ ਉਸ ਤੋਂ ਬਾਅਦ ਇਹਨੇ ਕੀ ਦੇਖਿਆ ਕਿ ਇੱਕ ਨਾ ਉੱਧਰੋਂ ਸਾਧੂ ਜਿਹੜਾ ਸੀਗਾ ਤੁਰਾ ਆਇਆ, ਤੇ ਉਹਨੇ ਹਨ ਪੰਡਤ ਜੀ ਨੂੰ ਜਿਹੜਾ ਸੀਗਾ ਇਹ ਦੇਖ ਕੇ ਆਖਿਆ, ਕਹਿੰਦੇ ਪੰਡਤ ਜੀ ਇਸ਼ਨਾਨ ਤੁਹਾਡਾ ਪੂਰਾ ਹੋ ਗਿਆ। ਤੇ ਇਹ ਕਹਿਣ ਲੱਗੇ ਜੀ ਹਾਂਜੀ ਇਸ਼ਨਾਨ ਤਾਂ ਸਾਡਾ ਪੂਰਾ ਹੋ ਗਿਆ। ਫਿਰ ਦੇਖੋ ਉਸੇ ਹੀ ਸਾਧੂ ਨੇ ਫਿਰ ਇਸ ਪੰਡਤ ਨੂੰ ਰਸਤੇ ਦੇ ਵਿੱਚ ਜੋ ਇਹਦੇ ਨਾਲ ਵਾਪਰਿਆ ਸੀਗਾ ਕਿ ਮੈਂ ਕੀ ਮੰਗਾਂ ਕੀ ਨਾ ਮੰਗਾਂ, ਇਹ ਜਿਹੜੀਆਂ ਮਨ ਦੇ ਵਿੱਚ ਵਿਚਾਰਾਂ ਚੱਲ ਰਹੀਆਂ ਸੀਗੀਆਂ ਸਾਰੀਆਂ ਖੋਲ੍ਹ ਕੇ ਦੱਸ ਦਿੱਤੀਆਂ। ਜਦ ਦੱਸੀਆਂ ਸੀਗੀਆਂ ਤਾਂ ਉਹ ਪੰਡਤ ਵੀ ਜਿਹੜਾ ਸੀ ਬੜਾ ਹੈਰਾਨ ਹੋਇਆ। ਉਸ ਤੋਂ ਬਾਅਦ ਫਿਰ ਉਹਨੇ ਸਾਧੂ ਨੂੰ ਪੁੱਛਿਆ ਕਿ ਮੈਂ ਆਪਦੀ ਕੀ ਸੇਵਾ ਕਰਾਂ। ਉਹ ਸਾਧੂ ਕਹਿਣ ਲੱਗਾ ਕਿ ਮੇਰਾ ਹੋਰ ਚਿੱਤ ਤਾਂ ਕੋਈ ਨਹੀਂ ਕਰਦਾ, ਪਰ ਅਗਰ ਤੂੰ ਜ਼ਿਆਦਾ ਹੀ ਕਰਦਾ ਤਾਂ ਸਾਨੂੰ ਥੋੜ੍ਹਾ ਜਿਹਾ ਦੁੱਧ ਛਕਾ ਦਿਓ। ਜਦ ਇੰਨੀ ਗੱਲ ਹੋਈ ਤਾਂ ਫਿਰ ਉਸ ਪੰਡਤ ਨੇ ਹੈ ਨਾ ਸਾਹਮਣੇ ਦੁੱਧ ਲਿਆਂਦਾ ਤਾਂ ਉਸ ਸਾਧੂ ਮਹਾਤਮਾ ਨੂੰ ਛਕਾਇਆ। ਜਦ ਸਾਧੂ ਮਹਾਤਮਾ ਨੂੰ ਦੁੱਧ ਛਕਾਇਆ ਸੀਗਾ ਅਤੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਪੰਡਤ ਸੀਗਾ ਵਾਪਸ ਪੁੱਛੋ ਮਹਾਂਪੁਰਖਾਂ ਦੇ ਚਰਨਾਂ 'ਚ ਆਇਆ। ਜਦ ਚਰਨਾਂ 'ਚ ਆਇਆ ਅਤੇ ਬਾਬਾ ਜੀ ਜਿਹੜੇ ਸੀਗੇ ਇਸ ਨੂੰ ਕਹਿਣ ਲੱਗੇ, ਕਹਿੰਦੇ ਪੰਡਤ ਜੀ ਅਸੀਂ ਤੁਹਾਨੂੰ ਆਖਿਆ ਸੀਗਾ ਕਿ ਤੁਸੀਂ ਜੋ ਵੀ ਤੁਹਾਡੇ ਮਨ ਦਾ ਫੁਰਨਾ ਹੋਊਗਾ ਇਸ਼ਨਾਨ ਤੋਂ ਬਾਅਦ ਪੂਰਾ ਹੋ ਜਾਊਗਾ, ਪਰ ਤੁਸੀਂ ਫੈਸਲਾ ਨਹੀਂ ਕਰ ਪਾਏ ਕਿ ਕੀ ਲੈਣਾ ਕੀ ਨਹੀਂ ਲੈਣਾ ਹੈਗਾ। ਇਸੇ ਕਰਕੇ ਅਸੀਂ ਸਾਧੂ ਦਾ ਰੂਪ ਧਾਰ ਕੇ ਆਪ ਜੀ ਦੇ ਪਾਸ ਆਏ ਸੀਗੇ ਅਤੇ ਆਪ ਜੀ ਨੇ ਬਚਨ ਬਲਾਸ ਕੀਤੇ ਸੀ ਤਾਂ ਆਪ ਜੀ ਤੋਂ ਅਸੀਂ ਦੁੱਧ ਛਕ ਲਿਆ ਸੀਗਾ। ਜਦ ਇੰਨੀ ਗੱਲ ਹੋਈ ਸੀ ਉਹ ਪੰਡਤ ਜਿਹੜਾ ਸੀ ਮਹਾਂਪੁਰਖਾਂ ਦਾ ਇਹ ਬਚਨ ਸੁਣ ਕੇ ਬੜਾ ਹੈਰਾਨ ਰਹਿ ਗਿਆ। ਅਤੇ ਫਿਰ ਬਾਬਾ ਜੀ ਆਖਣ ਲੱਗੇ, ਕਹਿੰਦੇ ਦੇਖ ਭਾਈ ਅਗਰ ਤੂੰ ਬਿਨਾਂ ਸੰਕਲਪ ਤੋਂ ਬਿਨਾਂ ਫੁਰਨੇ ਤੋਂ ਉੱਥੇ ਇਸ਼ਨਾਨ ਕਰਦਾ ਅਤੇ ਇਹਦਾ ਜਿਹੜਾ ਫਲ ਸੀਗਾ ਕਈ ਹਜ਼ਾਰ ਗੁਣਾ ਜ਼ਿਆਦਾ ਹੋਣਾ ਸੀਗਾ, ਪਰ ਕਿਉਂਕਿ ਤੂੰ ਫੁਰਨੇ ਤੇ ਫੁਰਨਾ ਬਣਾਈ ਰੱਖਿਆ ਅਤੇ ਇਸ਼ਨਾਨ ਕਰਦੇ ਵੀ ਤੂੰ ਕੋਈ ਫੈਸਲਾ ਨਹੀਂ ਲੈ ਸਕਿਆ। ਇਸ ਕਰਕੇ ਇਹ ਇਸ਼ਨਾਨ ਦਾ ਫਲ ਜਿਹੜਾ ਸੀਗਾ ਇਹ ਤੇਰੇ ਪ੍ਰਤੀ ਅਸੀਂ ਪੂਰਾ ਕਰਨ ਵਾਸਤੇ ਉਸ ਸਾਧੂ ਦੇ ਭੇਸ 'ਚ ਆਏ ਸੀਗੇ ਅਤੇ ਸਿਰਫ ਤੇਰੇ ਤੋਂ ਅਸੀਂ ਜਿਹੜੀ ਦੁੱਧ ਦੀ ਸੇਵਾ ਸੀ ਇਹ ਹੀ ਮੰਗੀ ਆ, ਪਰ ਅਗਰ ਤੂੰ ਬਿਨਾਂ ਫੁਰਨੇ ਤੋਂ ਇਸ਼ਨਾਨ ਕਰਦਾ ਅਤੇ ਅਸੀਂ ਤੈਨੂੰ ਬਹੁਤ ਕੁਛ ਦੇਣ ਨੂੰ ਤਿਆਰ ਸੀ। ਇਹ ਬਚਨ ਵੀ ਹੈ ਨਾ ਮਹਾਂਪੁਰਖਾਂ ਨੇ ਉਸ ਪੰਡਤ ਦੇ ਪ੍ਰਤੀ ਕੀਤਾ ਸੀਗਾ। ਸੋ ਦਾਸ ਮਹਾਂਪੁਰਖਾਂ ਦੇ ਇੰਨੇ ਹੀ ਪਰਿਵਚਨ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।